ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਫੀਨਿਕਸ ਵਲੌਗ ਦੇ ਵਿੱਚ। ਮੇਰਾ ਨਾਮ ਪੰਕਜ ਹੈ। ਸੋ ਦੋਸਤੋ, ਅੱਜ ਦਾ ਜਿਹੜਾ ਵਿਸ਼ਾ ਹੈਗਾ, ਜੇ ਤੁਸੀਂ ਕਰਤਾਰਪੁਰ ਲਾਂਘੇ ਵਿੱਚ ਜਾਣਾ ਚਾਹੁੰਦੇ ਹੋ, ਕਰਤਾਰਪੁਰ ਕੋਰੀਡੋਰ, ਸੋ ਜਿਨ੍ਹਾਂ ਲੋਕਾਂ ਨੇ ਜਾਣਾ ਚਾਹੁੰਦੇ ਨੇ ਕਰਤਾਰਪੁਰ ਲਾਂਘੇ ਵਿੱਚ, ਸੋ ਉੱਥੋਂ ਦੇ ਕੀ ਪ੍ਰੋਸੈਸ ਹੈ। ਮਿਸਟਰ ਕੁਲਜੀਤ ਸਿੰਘ ਜੀ, ਸੋ ਇਹ ਰੀਸੈਂਟਲੀ ਜਾ ਕੇ ਆਏ ਨੇ ਹਾਲੇ ਕਰਤਾਰਪੁਰ ਲਾਂਘੇ ਵਿੱਚ। ਸੋ ਇਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ ਫੀਨਿਕਸ ਵਲੌਗ ਦੇ ਚੈਨਲ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਕੀ ਉੱਥੇ ਡਾਕੂਮੈਂਟੇਸ਼ਨ ਆਪਾਂ ਨੂੰ ਚਾਹੀਦੇ ਨੇ? ਆਪਾਂ ਜਦੋਂ ਪਹਿਲਾ ਸਟੈਪ ਕੀ ਹੈ ਤੇ ਸੈਕਿੰਡ ਸਟੈਪ ਕੀ ਹੈਗਾ? ਸਭ ਤੋਂ ਪਹਿਲਾ ਸਟੈਪ ਆ ਜੀ ਜਿਹੜਾ ਹੈਗਾ ਇਹਦੇ ਵਿੱਚ ਹੈਗਾ ਕਿ ਆਪਾਂ ਆਨਲਾਈਨ ਇਹਨਾਂ ਦੀ ਸਾਈਟ ਜਿਹੜੀ ਹੈਗੀ ਹੈ ਕਰਤਾਰਪੁਰ ਕੋਰੀਡੋਰ ਦੇ ਨਾਂ ਤੋਂ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਆ ਉਹਨੂੰ ਆਪਾਂ ਓਪਨ ਕਰਦੇ ਹਾਂ ਤੇ ਉੱਥੇ ਰਜਿਸਟ੍ਰੇਸ਼ਨ ਦੇ ਲਿੰਕ ਦੇ ਉੱਤੇ ਆਪਾਂ ਜਦੋਂ ਕਲਿੱਕ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਆਪਾਂ ਇੰਡੀਅਨ ਪਾਸਪੋਰਟ ਹੋਲਡਰ ਆ ਜਾਂ OCI ਪਾਸਪੋਰਟ ਹੋਲਡਰ ਆ। ਠੀਕ ਹੈ ਜੀ। ਤਾਂ ਆਪਾਂ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਹੈਗੇ ਆ ਜਿਹੜੇ ਉੱਥੇ ਕਲਿੱਕ ਕਰਕੇ ਜਦੋਂ ਉਸ ਤੋਂ ਅੱਗੇ ਜਾਵਾਂਗੇ ਤਾਂ ਅੱਗੇ ਜਿਹੜਾ ਪੇਜ ਖੁੱਲਦਾ ਹੈ ਉੱਥੇ ਆਉਂਦਾ ਹੈ ਕਿ ਡੇਟਸ ਜਿਹੜੀਆਂ ਹੈਗੀਆਂ ਆਪਾਂ ਸਿਲੈਕਟ ਕਰਨੀਆਂ। ਠੀਕ ਹੈ ਜੀ। ਤੇ ਜਿਹੜੀਆਂ ਡੇਟਸ ਉੱਥੇ ਸ਼ੋਅ ਕਰਦੀਆਂ ਆਪਾਂ ਉਹਨਾਂ ਡੇਟਸ ਦੇ ਵਿੱਚ ਹੀ ਅਪਲਾਈ ਕਰ ਸਕਦੇ ਹਾਂ। ਠੀਕ ਹੈ ਜੀ। ਮਤਲਬ ਜਿਹੜਾ ਕੈਲੰਡਰ ਖੁੱਲ ਗਿਆ, ਜਿੱਥੇ ਆਪਾਂ ਨੂੰ ਅਵੇਲੇਬਿਲਿਟੀ ਮਿਲ ਗਈ, ਆਪਾਂ ਉਹੀ ਡੇਟ ਸਿਲੈਕਟ ਕਰਕੇ ਅੱਗੇ ਜਾ ਸਕਦੇ ਹਾਂ। ਉਹਦੇ ਵਿੱਚ ਕਾਫੀ ਡੇਟਸ ਹੁੰਦੀਆਂ ਜਿਹੜੀਆਂ ਆਪਾਂ ਸਿਲੈਕਟ ਕਰ ਸਕਦੇ ਹਾਂ, ਜਿਵੇਂ ਕਿ ਇੱਕ ਮੰਥ ਦੇ ਵਿੱਚ 15-20 ਡੇਟਸ ਮਿਲ ਜਾਂਦੀਆਂ ਆ, ਆਪਾਂ ਉਹਨਾਂ ਡੇਟਸ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਠੀਕ ਹੈ। ਜਿਵੇਂ ਕਿ ਤੁਸੀਂ ਅਪਲਾਈ ਕੀਤਾ ਸੀਗਾ, ਤੁਹਾਨੂੰ ਕਿੰਨਾ ਟਾਈਮ ਬਾਅਦ ਤੁਹਾਨੂੰ ਡੇਟ ਮਿਲ ਗਈ ਸੀ ਜਾਣ ਦੀ? ਨਹੀਂ, ਡੇਟਸ ਤਾਂ ਇੱਦਾਂ ਹੈਗੀਆਂ ਕਿ ਨੈਕਸਟ ਡੇ ਦੀਆਂ ਵੀ ਮਿਲੀ ਜਾਂਦੀਆਂ ਹੈਗੀਆਂ, ਉਸ ਤੋਂ ਨੈਕਸਟ ਵੀਕ ਦੀਆਂ ਵੀ ਮਿਲੀ ਜਾਂਦੀਆਂ ਹੈਗੀਆਂ, ਪਰ ਜਿਹੜਾ ਹੈਗਾ ਹੈ ਕਿ ਆਪਾਂ ਨੂੰ ਘੱਟੋ ਘੱਟ ਨਹੀਂ ਤਾਂ 10 ਤੋਂ 15 ਦਿਨ ਦਾ ਉਹਦੇ ਵਿੱਚ ਟਾਈਮ ਪਾ ਲੈਣਾ ਚਾਹੀਦਾ ਹੈ। ਠੀਕ ਹੈ। ਜਿਹੜੀ ਵੀ ਆਪਾਂ ਡੇਟ ਚੱਕਦੇ ਹਾਂ ਆਪਾਂ ਨੂੰ 10-15 ਦਿਨ ਅੱਗੇ ਦੀ ਚੱਕਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਆਪਣੀ ਵੈਰੀਫਿਕੇਸ਼ਨ ਵੀ ਹੋਣੀ ਹੁੰਦੀ ਹੈ। ਠੀਕ ਹੈ ਜੀ। ਤੇ ਵੈਰੀਫਿਕੇਸ਼ਨ ਨੂੰ ਕਿੰਨਾ ਟਾਈਮ ਪਹਿਲਾਂ ਆਪਾਂ ਨੂੰ ਹੁੰਦੀ ਹੈ, ਜਾਂ ਅਗਰ ਆਪਾਂ ਪਰਸੋਂ ਦੀ ਮਤਲਬ ਸਪੋਜ਼ ਡੇਟ ਚੱਕ ਲਈਏ ਤਾਂ ਵੈਰੀਫਿਕੇਸ਼ਨ ਦੀ ਕੱਲ ਹੋ ਸਕਦੀ ਹੈ? ਵੈਰੀਫਿਕੇਸ਼ਨ ਤਾਂ ਕੱਲ ਹੋ ਜਾਊਗੀ, ਪਰ ਇਹ ਹੈ ਕਿ ਵੈਰੀਫਿਕੇਸ਼ਨ ਉਹ ਪੁਲਿਸ ਵੈਰੀਫਿਕੇਸ਼ਨ ਕਿੰਨੇ ਦਿਨਾਂ ਦੇ ਵਿੱਚ ਅੱਗੇ ਅਪਡੇਟ ਹੁੰਦੀ ਹੈ, ਉਹਦਾ ਟਾਈਮ ਪੀਰੀਅਡ ਦਾ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ। ਇਸ ਲਈ ਆਪਾਂ ਕਹਿੰਦੇ ਹਾਂ ਕਿ 10 ਜਾਂ 15 ਦਿਨ ਦੀ ਤੁਸੀਂ ਅੱਗੇ ਡੇਟ ਲੈ ਕੇ ਆਪਾਂ ਨੂੰ ਜ਼ਰੂਰ ਰਜਿਸਟ੍ਰੇਸ਼ਨ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਮਤਲਬ ਘੱਟੋ ਘੱਟ ਆਪਾਂ ਨੂੰ 15 ਦਿਨ ਦਾ ਗੈਪ ਚਾਹੀਦਾ ਜੀ ਜ਼ਰੂਰ। ਮੇਰਾ ਐਕਸਪੀਰੀਅੰਸ ਇਹ ਹੈ ਕਿ ਆਪਾਂ ਨੂੰ 10 ਤੋਂ 15 ਦਿਨ ਜ਼ਰੂਰ ਲੈ ਲੈਣੇ ਚਾਹੀਦੇ ਆ। ਇੱਕ ਤਾਂ ਆਪਣੇ ਕੋਲੇ ਟਾਈਮ ਹੋ ਜਾਂਦਾ ਸਾਰੀ ਡਾਕੂਮੈਂਟ ਰਿਕੁਆਇਰਮੈਂਟ ਪੂਰੀ ਕਰਨ ਦਾ, ਤੇ ਇੱਕ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਅੱਗੇ ਕਦੋਂ ਤੱਕ ਸਬਮਿਟ ਕਰਵਾਉਂਦੇ ਆ ਗਵਰਨਮੈਂਟ ਨੂੰ, ਉਹਦੇ ਵਿੱਚ ਵੀ ਟਾਈਮ ਮਿਲ ਜਾਂਦਾ ਹੈ। ਠੀਕ ਹੈ। ਤੇ ਜਦੋਂ ਆਪਣੇ ਡਾਕੂਮੈਂਟ ਸਾਰੇ ਆਪਣੀ ਪੁਲਿਸ ਵੈਰੀਫਿਕੇਸ਼ਨ ਹੋ ਗਈ ਤਾਂ ਉਸ ਤੋਂ ਬਾਅਦ ਕੀ ਪ੍ਰੋਸੈਸ ਹੈਗਾ? ਡਾਕੂਮੈਂਟ ਆਪਣੇ ਕਿਹੜੇ ਲੈ ਕੇ ਜਾਣੇ ਉੱਥੇ? ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਆਪਾਂ ਪੋਰਟਲ ਦੇ ਉੱਤੇ ਇੱਕ ਡੇਟ ਸਿਲੈਕਟ ਕਰਦੇ ਹਾਂ। ਉਹ ਡੇਟ ਸਿਲੈਕਟ ਕਰਨ ਤੋਂ ਬਾਅਦ ਅੱਗੇ ਜਿਹੜਾ ਫਾਰਮ ਖੁੱਲ੍ਹ ਜਾਂਦਾ ਹੈ ਰਜਿਸਟ੍ਰੇਸ਼ਨ ਫਾਰਮ, ਉਹ ਰਜਿਸਟ੍ਰੇਸ਼ਨ ਫਾਰਮ ਆਪਾਂ ਫਿਲ ਕਰਨਾ ਹੁੰਦਾ। ਉਹਦੇ ਵਿੱਚ ਆਪਾਂ ਨੂੰ ਜਿਹੜੇ ਬੇਸਿਕ ਡਾਕੂਮੈਂਟਸ ਚਾਹੀਦੇ ਹੁੰਦੇ ਆ, ਉਹਦੇ ਵਿੱਚ ਆਪਾਂ ਨੂੰ ਇੱਕ ਆਪਣਾ ਆਧਾਰ ਕਾਰਡ ਆਪਣੇ ਕੋਲੇ ਚਾਹੀਦਾ ਹੈ, ਤੇ ਪਾਸਪੋਰਟ ਜਿਹੜਾ ਆਪਣਾ ਰੀਸੈਂਟ ਜਿਹੜਾ ਵੈਲਿਡ ਪਾਸਪੋਰਟ ਆਪਾਂ ਨੂੰ ਚਾਹੀਦਾ ਹੈਗਾ ਹੈ। ਜੋ ਆਪਣੀ ਜਿੰਨਾ ਵੀ ਕੁਝ ਆਪਣੇ ਪਾਸਪੋਰਟ ਦੇ ਉੱਤੇ ਜੋ ਸੀਰੀਅਲ ਵਾਈਜ਼ ਲਿਖਿਆ ਹੈ ਉਹੀ ਆਪਾਂ ਸੇਮ ਉੱਥੇ ਰਜਿਸਟ੍ਰੇਸ਼ਨ ਦੇ ਵਿੱਚ ਆਪਾਂ ਅਪਲੋਡ ਕਰਨਾ ਹੈ। ਠੀਕ ਹੈ। ਸੋ ਆਪਾਂ ਨੂੰ ਜਾਣ ਲੱਗੇ ਇੱਕ ਤਾਂ ਆਧਾਰ ਕਾਰਡ ਚਾਹੀਦਾ ਹੈ, ਵੈਲਿਡ ਚਾਹੀਦਾ ਹੈ, ਤੇ ਇੱਕ ਆਪਾਂ ਨੂੰ ਪਾਸਪੋਰਟ ਰੀਸੈਂਟ ਜਿਹੜਾ ਹੈਗਾ ਉਹ ਨਾਲ ਆਪਾਂ ਲੈ ਕੇ ਜਾਣਾ ਹੈ। ਠੀਕ ਹੈ ਜੀ। ਸਰ ਆਪਾਂ ਗੱਲ ਕਰੀਏ ਜਿਵੇਂ ਤਾਂ ਆਪਾਂ ਨੂੰ ਤੁਹਾਡੀ ਵੈਰੀਫਿਕੇਸ਼ਨ ਹੋ ਜਾਂਦੀ ਹੈ, ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਅਪਰੂਵਲ ਕਿੰਨੇ ਟਾਈਮ 'ਚ ਸਰ ਮਿਲ ਜਾਂਦੀ ਹੈ? ਇੱਦਾਂ ਭਾਜੀ, ਜਦੋਂ ਆਪਣੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਹੋ ਜਾਂਦੀ ਹੈ, ਵੈਰੀਫਿਕੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਕੋਈ ਜਿਹੜੀ ਅਪਰੂਵਲ ਹੈਗੀ ਹੈ, ਜਿਹੜੀ ਡੇਟ ਦੀ ਆਪਾਂ ਰਜਿਸਟ੍ਰੇਸ਼ਨ ਕਰਾਈ ਹੁੰਦੀ ਹੈ, ਉਸ ਰਜਿਸਟ੍ਰੇਸ਼ਨ ਡੇਟ ਤੋਂ ਆਪਾਂ ਨੂੰ 1 ਦਿਨ ਜਾਂ 2 ਦਿਨ ਪਹਿਲਾਂ ਹੀ ਅਪਰੂਵਲ ਮਿਲਦੀ ਹੈ। ਆਪਾਂ ਨੂੰ ਆਨਲਾਈਨ ਜਿਹੜੀ ਹੈਗੀ ਆ ਅਪਰੂਵਲ ਉਹ ਮਿਲਦੀ ਹੈ ਆਪਣੇ ਫੋਨ ਤੇ, ਜਿਹੜਾ ਆਪਾਂ ਉਹਦੇ ਵਿੱਚ ਨੰਬਰ ਫਿਲ ਕੀਤਾ ਹੁੰਦਾ ਹੈ ਉਹਦੇ ਤੇ ਮੈਸੇਜ ਆਉਂਦਾ ਹੈ। ਜਿਹੜੀ ਆਪਾਂ ਈਮੇਲ ਆਈਡੀ ਉਹਦੇ ਵਿੱਚ ਫਿਲ ਕੀਤੀ ਹੁੰਦੀ ਹੈ ਉਹਦੇ ਤੇ ਆਪਾਂ ਨੂੰ ਮੈਸੇਜ ਆਉਂਦਾ ਹੈ। ਉਹਦੇ ਵਿੱਚ ਇੱਕ ਆਪਾਂ ਨੂੰ ਜਿਹੜਾ ETA ਫਾਰਮ ਜਿਹੜਾ ਹੁੰਦਾ ਹੈ ਉਹ ਮਿਲਦਾ ਹੈ। ਉਹ ETA ਫਾਰਮ ਆਪਾਂ ਪ੍ਰਿੰਟ ਕਰਕੇ ਨਾਲ ਲੈ ਕੇ ਜਾਣਾ ਹੁੰਦਾ ਹੈ। ਠੀਕ ਹੈ। ਮਤਲਬ ਤੁਹਾਨੂੰ ਇਹ ਈਮੇਲ ਆਉਂਦੀ ਹੈ, ਈਮੇਲ ਤੁਸੀਂ ਪ੍ਰਿੰਟ ਆਊਟ ਲੈ ਕੇ ਜਾਣਾ ਤੇ ਉਹ ਦਿਖਾਣਾ। ਉਹ ਅਪਰੂਵਲ ਜਿਹੜੀ ਹੈਗੀ ਹੈ ਵੈਲਿਡ ਹੁੰਦੀ ਕਿੰਨੇ ਟਾਈਮ ਵਾਸਤੇ ਸਰ ਵੈਲਿਡ ਹੁੰਦੀ ਹੈ ਅਪਰੂਵਲ? ਉਹ ਸਰ 1 ਡੇ ਵਾਸਤੇ ਅਪਰੂਵਲ ਜਿਹੜੀ ਹੁੰਦੀ ਹੈ ਉਹ ਵੈਲਿਡ ਹੁੰਦੀ ਹੈ। ਜਿਹੜੇ ਦਿਨ ਆਪਾਂ ਟਰੈਵਲ ਕਰਨਾ ਹੈ, ਕਰਤਾਰਪੁਰ ਕੋਰੀਡੋਰ ਜਾਣਾ ਹੈ, ਰਜਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹ ਜਿਹੜੀ ਇੰਡੀਆ ਵਾਲੇ ਪਾਸੇ ਜਿਹੜਾ ਹੈਗਾ ਆਪਣਾ ETA ਫਾਰਮ ਜਿਹੜਾ ਉਹ ਦੇਖਿਆ ਜਾਂਦਾ ਹੈ। ਠੀਕ ਹੈ ਜੀ। ਸਰ ਚਲੋ ਅਪਰੂਵਲ ਤੋਂ ਬਾਅਦ ਚਲੋ ਗੱਲ ਕਰਦੇ ਹਾਂ ਕਰੰਸੀ ਬਾਰੇ। ਜੇ ਤੁਸੀਂ ਹੁਣ ਉੱਥੇ ਜਾ ਰਹੇ ਹੋ ਤਾਂ ਇੱਕ ਦਿਨ ਵਾਸਤੇ ਜੋ ਜਾ ਰਹੇ ਹੋ ਤਾਂ ਕਿੰਨੀ ਕਰੰਸੀ ਤੁਹਾਨੂੰ ਉੱਥੇ ਕੈਰੀ ਕਰਨੀ ਚਾਹੀਦੀ ਹੈ? ਕਰੰਸੀ ਭਾਜੀ ਜਿਹੜੀ ਹੈਗੀ ਉਹ RBI ਦੀ ਗਾਈਡੈਂਸ ਦੇ ਅਨੁਸਾਰ ਜਿਹੜੀ ਹੈਗੀ ਆਪਾਂ ਨਾਲ ਜਿਹੜੀ ਕੈਰੀ ਕਰ ਸਕਦੇ ਹਾਂ। ਜਿਹੜੇ ਇੰਡੀਅਨ 10,000 ਰੁਪਏ ਜਿਹੜਾ ਹੈਗਾ ਆਪਾਂ ਉਹ ਨਾਲ ਆਪਾਂ ਕੈਰੀ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਵੈਸੇ ਵੀ ਉੱਥੇ ਆਪਾਂ ਨੂੰ ਇੰਨੇ ਪੈਸਿਆਂ ਦੀ ਜਿਹੜੀ ਲੋੜ ਨਹੀਂ ਪੈਂਦੀ ਹੈਗੀ, ਕਿਉਂਕਿ ਜਿਹੜੀ ਉੱਥੇ ਮਾਰਕੀਟ ਹੈਗੀ ਉਹਦੇ ਵਿੱਚ ਆਪਾਂ ਬਹੁਤਾ ਜ਼ਿਆਦਾ ਸ਼ੋਪਿੰਗ ਤਾਂ ਬੰਦਾ ਨਹੀਂ ਕਰਦਾ ਹੈ, ਤੇ ਆਪਣੇ ਜਿਹੜਾ ਖਰਚਾ ਇਕੱਲਾ ਜਿਹੜਾ $20 ਹੀ ਜਿਹੜਾ ਹੈਗਾ ਆ ਵੀਜ਼ੇ ਦਾ ਉਹ ਲੱਗਦਾ ਹੈ। ਬਾਕੀ ਜਿਹੜੀ ਪੇਮੈਂਟ ਹੈਗੀ ਆਪਾਂ ਨਾਲ ਆਪਾਂ ਕੈਰੀ ਕਰ ਸਕਦੇ ਹਾਂ। ਉੱਥੋਂ ਜਿਹੜੀ ਮਾਰਕੀਟ 'ਚ ਆਪਾਂ ਪੇਮੈਂਟ ਦੇਣੀ ਹੈਗੀ ਆ ਉਹ ਆਪਾਂ ਇੰਡੀਅਨ ਕਰੰਸੀ ਦੇਣੀ ਆ ਕਿ ਅਮਰੀਕਨ ਡਾਲਰ ਹੀ ਦੇਣੇ ਆਪਾਂ?
ਜ਼ਿਆਦਾਤਰ ਤਾਂ ਇਹ ਹੈ ਕਿ ਜਿਹੜੀ ਆਪਾਂ ਜਦੋਂ ਇੰਡੀਅਨ ਕਰੰਸੀ ਜਿਹੜੀ ਲੈ ਕੇ ਜਾਵਾਂਗੇ ਉਹ ਆਪਾਂ US ਡਾਲਰ ਦੇ ਵਿੱਚ ਹੀ ਲੈ ਕੇ ਜਾਣੀ ਹੈ, ਚਾਹੇ ਉਹ ਆਪਾਂ ਜਿੱਥੋਂ ਵੀ ਜਾ ਰਹੇ ਹਾਂ ਆਪਦੇ ਸ਼ਹਿਰ ਦੇ ਵਿੱਚੋਂ ਵੀ ਲਿਜਾ ਸਕਦੇ ਹਾਂ। ਨਹੀਂ ਤਾਂ ਉਹ ਜਿਹੜੀ ਹੈਗੀ ਆ ਬਾਰਡਰ ਦੇ ਉੱਤੇ ਵੀ ਜਿਹੜੀ ਕਰੰਸੀ ਇੰਡੀਆ ਵਾਲੇ ਪਾਸੇ ਚੇਂਜ ਹੋ ਜਾਂਦੀ ਹੈ, ਉੱਥੇ ਵੀ ਆਪਾਂ US ਡਾਲਰ ਲੈ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜੀ ਹੈਗੀ US ਡਾਲਰ ਜਿਹੜੇ ਹੈਗੇ ਆਪਾਂ ਜਦੋਂ ਇੰਡੀਅਨ ਐਮਬੈਸੀ ਲਈ ਆਪਾਂ ਤੋਂ ਅੱਗੇ ਜਿਹੜੀ ਹੈਗੀ ਆ ਪਾਕਿਸਤਾਨ ਐਮਬੈਸੀ ਦੇ ਵਿੱਚ ਜਾਂਦੇ ਹਾਂ, ਉੱਥੇ ਜਦੋਂ ਕਰੰਸੀ ਵੀ ਚੇਂਜ ਹੋ ਜਾਂਦੀ ਹੈ, ਉੱਥੇ ਆਪਾਂ ਨੂੰ ਪਾਕਿਸਤਾਨ ਕਰੰਸੀ ਹੀ ਲੈਣੀ ਪੈਂਦੀ ਹੈ। ਪਾਕਿਸਤਾਨੀ ਕਰੰਸੀ ਉੱਥੇ ਚੱਲਦੀ ਹੈ। ਹਾਂਜੀ, ਉੱਧਰ ਜਿਹੜੀ ਹੈਗੀ ਪਾਕਿਸਤਾਨ ਕਰੰਸੀ ਚੱਲਦੀ ਹੈ। ਜਿਹੜੀ ਆਪਾਂ ਦੀ ਫੀਸ ਹੈਗੀ ਆਪਣੀ ਕਰਤਾਰਪੁਰ ਕੋਰੀਡੋਰ ਦੀ ਉਹ US ਡਾਲਰ ਦੇ ਵਿੱਚ ਹੈਗੀ ਹੈ $20। ਠੀਕ ਹੈ, ਮਤਲਬ $20 ਇੱਕ ਵੱਖਰੇ ਲੈ ਜਾਣ, ਉਹ ਸਿਰਫ ਫੀਸ ਵਾਸਤੇ, ਤੇ ਜਿਹੜੇ ਬਾਕੀ ਕਰੰਸੀ ਹੈਗੀ ਆ ਉਹ ਉੱਥੇ ਆ ਕੇ ਚੇਂਜ ਕਰਾ ਸਕਦੇ ਆ। ਹਾਂਜੀ, ਜਿਹੜੇ ਬਾਕੀ ਦੇ ਡਾਲਰ ਜਿਹੜੇ ਹੈਗੇ ਆ ਇੰਡੀਅਨ ਕਰੰਸੀ ਆਪਾਂ ਇੰਡੀਆ ਤੋਂ ਹੀ ਚੇਂਜ ਕਰਾ ਕੇ ਲੈ ਕੇ ਜਾਈਏ ਤਾਂ ਜ਼ਿਆਦਾ ਵਧੀਆ ਹੈ। ਠੀਕ ਹੈ ਜੀ, ਠੀਕ ਹੈ। ਆਪਾਂ ਨਾਲ US ਡਾਲਰ ਜ਼ਰੂਰ ਕੈਰੀ ਕਰੋ ਨਾਲ, ਉਹੀ ਸਭ ਕਿਤੇ ਉੱਧਰ ਜਾ ਕੇ ਚੇਂਜ ਹੋ ਜਾਂਦੇ ਆ, ਈਜ਼ੀ ਚੇਂਜ ਹੋ ਜਾਂਦੇ ਆ। ਸਰ ਗੱਲ ਕਰੀਏ ਕਿ ਆਪਾਂ ਉੱਥੇ ਚਲੋ ਲਗੇਜ ਜਿਹੜੀ ਹੈਗੀ ਆ, ਲਗੇਜ ਆਪਾਂ ਕਿੰਨਾ ਕੈਰੀ ਕਰ ਸਕਦੇ ਹਾਂ, ਕਿਉਂਕਿ ਆਪਣਾ ਟ੍ਰਿਪ ਹੈ ਉਹ ਇੱਕ ਦਿਨ ਦਾ ਹੈਗਾ, ਬਟ ਆਪਾਂ ਮੈਕਸਿਮਮ ਤੋਂ ਮੈਕਸਿਮਮ ਲਗੇਜ ਕਿੰਨਾ ਆਪਾਂ ਲੈ ਕੇ ਜਾ ਸਕਦੇ ਹਾਂ? ਲਗੇਜ ਭਾਜੀ ਇਦਾਂ ਹੈਗਾ ਆ, ਜਿਹੜਾ ਵੀ ਕੋਈ ਵੀ ਜਿਹੜਾ ਟਰੈਵਲਰ ਹੈਗਾ ਆਪਣੇ ਨਾਲ ਇੱਕ ਜਾਣਾ ਜਿਹੜਾ ਹੈਗਾ ਆਪਣੇ ਨਾਲ 7 ਕਿਲੋ ਜਿਹੜਾ ਵਜਨ ਹੈਗਾ ਜਿਹੜਾ ਉਹ ਲਗੇਜ ਹੈਗਾ ਲੈ ਕੇ ਜਾ, ਜਿਹੜਾ ਉਹ ਹੈਂਡ ਬੈਗ ਹੁੰਦਾ 7 ਕਿਲੋ। ਹਾਂਜੀ, 7 ਕਿਲੋ ਲੈ ਕੇ ਜਾ ਸਕਦਾ ਹੈਗਾ। ਠੀਕ ਹੈ, ਮਤਲਬ ਇੱਕ ਬੈਗ ਹੀ ਲੈ ਕੇ ਜਾਣਾ ਹੈਗਾ, 2 ਬੈਗ ਨਹੀਂ ਕੈਰੀ ਕਰ ਸਕਦੇ? ਨਹੀਂ, ਇੱਕ ਬੰਦਾ 7 ਕਿਲੋ ਬੈਗ ਲੈ ਕੇ ਜਾ ਸਕਦਾ ਹੈਗਾ, ਜਿੰਨੇ ਬੰਦੇ ਹੈਗੇ ਉਸ ਹਿਸਾਬ ਨਾਲ 7 ਤੇ ਡਿਵਾਈਡ ਕਰਕੇ ਵੱਧ ਬੈਗ ਪਰ ਪਰਸਨ 7 kg ਅਲਾਉਡ ਹੈਗਾ, ਇੱਕ ਤੁਸੀਂ ਕਰਤਾਰਪੁਰ ਲਾਂਘਾ ਜਾ ਸਕਦੇ ਹੋ। ਸਰ ਉੱਥੋਂ ਆਪਾਂ ਜਦੋਂ ਗਏ ਆ, ਇਮੀਗ੍ਰੇਸ਼ਨ ਪ੍ਰੋਸੈਸ ਆਪਣਾ ਹੋਇਆ, ਇਹ ਇਮੀਗ੍ਰੇਸ਼ਨ ਵਾਲਿਆਂ ਨੇ ਕਿੰਨੇ ਤੁਹਾਡੇ ਪੈਸੇ ਲਿੱਤੇ ਵੀਜ਼ੇ ਦੇ? ਇਹਦੇ ਵਿੱਚ ਇਦਾਂ ਜੀ, ਜਿਹੜਾ ਇਮੀਗ੍ਰੇਸ਼ਨ ਦੀ ਆਪਣੀ ਫੀਸ ਹੈਗੀ ਆ ਉਹ ਆਪਣੇ ਇੰਡੀਆ ਵਾਲੇ ਪਾਸੇ ਤਾਂ ਕੋਈ ਫੀਸ ਨਹੀਂ ਹੈਗੀ। ਆਪਾਂ ਇੰਡੀਆ ਵਾਲੇ ਪਾਸਿਓਂ ਇਮੀਗ੍ਰੇਸ਼ਨ ਕਰਵਾ ਕੇ ਜਦੋਂ ਪਾਕਿਸਤਾਨ ਬਾਰਡਰ ਤੇ ਅੰਬੈਸੀ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਪਣੇ $20 ਡਾਲਰ ਫੀਸ ਲੱਗਦੀ ਹੈਗੀ ਹੈ ਜਿਹੜੀ। ਠੀਕ ਹੈ, $20 ਘੱਟੋ ਘੱਟ ਆਪਣੇ ਜਿਹੜੇ ਬਣ ਜਾਂਦੇ ਆ ਤਕਰੀਬਨ ਆਪਣੇ ਇੰਡੀਅਨ ਜਿਹੜੇ $20 ਜਿਹੜੇ ਬਣਦੇ ਆ ਉਹ ਅਪਰੋਕਸੀਮੇਟਲੀ 1500 1600 ਤੱਕ ਬਣ ਜਾਂਦੇ। ਠੀਕ ਹੈ, ਵੇਰੀਏਸ਼ਨ ਕਰਦਾ ਹੈ ਡਾਲਰ ਦੇ ਹਿਸਾਬ ਨਾਲ। ਠੀਕ ਹੈ ਜੀ, ਤੇ ਕੀ ਆਪਾਂ ਜਿਹੜੇ ਪਾਸਪੋਰਟ ਤੇ ਆਪਣੀ ਸਟੈਂਪ ਲੱਗਦੀ ਹੈ ਸਰ ਵੀਜ਼ੇ ਦੀ, ਜਾਂ ਆਪਣੇ ਨਹੀਂ ਲੱਗਦੀ? ਕੀ ਹੈਗਾ ਪ੍ਰੋਸੈਸ? ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹੀ ਡਾਊਟ ਆਉਂਦਾ ਹੈ ਕਿ ਆਪਣੇ ਜਿਹੜੇ ਪਾਸਪੋਰਟ ਦੇ ਉੱਤੇ ਹੈਗੇ ਪਾਕਿਸਤਾਨ ਦੀ ਸਟੈਂਪ ਲੱਗਦੀ ਹੈ ਤਾਂ ਆਪਾਂ ਉਸ ਤੋਂ ਬਾਅਦ ਕਿਤੇ ਵਧੀਆ ਕੰਟਰੀਆਂ ਜਾਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਇੱਥੇ ਟਰੈਵਲ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ। ਉੱਥੇ ਜਿਹੜੀ ਹੈਗੀ ਸਟੈਂਪ ਲੱਗਦੀ ਹੈ ਆਪਾਂ ਨੂੰ, ਉੱਥੇ ਇਮੀਗ੍ਰੇਸ਼ਨ ਜਿਹੜੀ ਆਪਾਂ ਉੱਥੇ $20 ਦੀ ਟਿਕਟ ਕਟਵਾਉਣੇ ਆ, ਉਸ ਟਿਕਟ ਦੇ ਪਿੱਛੇ ਹੀ ਆਪਣੀ ਪਾਕਿਸਤਾਨ ਦੀ ਸਟੈਂਪ ਜਿਹੜੀ ਅਰਾਈਵਲ ਦੀ ਲੱਗਦੀ ਹੈ। ਅੱਛਾ, ਉਹ ਟਿਕਟ ਜਿਹੜੀ ਤੁਹਾਨੂੰ ਮਿਲਦੀ ਹੈ ਉਹਦੇ ਉੱਪਰ ਸਟੈਂਪ ਲੱਗਦੀ ਹੈ ਜੀ? ਹਾਂਜੀ, ਉਹਦੇ ਪਾਸਪੋਰਟ ਦੇ ਉੱਪਰ ਸਟੈਂਪ ਨਹੀਂ ਲੱਗਦੀ ਹੈਗੀ। ਇਹ ਤੁਸੀਂ ਡਾਊਟ ਮੇਰੇ ਕੋਲ ਕੱਢ ਦਿਓ ਦਿਮਾਗ 'ਚ ਕਿ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗ ਜਾਏਗੀ, ਤੁਸੀਂ ਕਿਤੇ ਜਾ ਸਕਦੇ ਹੋ, ਲਾਈਕ ਤੁਸੀਂ ਕੈਨੇਡਾ, ਅਮਰੀਕਾ ਦੇ ਵੀਜ਼ਾ ਲਵਾਓਗੇ ਤੁਹਾਨੂੰ ਦਿੱਕਤ ਆਏਗੀ, ਇਦਾਂ ਦਾ ਕੁਝ ਨਹੀਂ ਹੈਗਾ। ਸੋ ਇਹ ਜਿਹੜਾ ਡਾਊਟ ਹੈ ਤੁਸੀਂ ਬਿਲਕੁਲ ਕੱਢ ਦਿਓ, ਸਿਰਫ ਤੁਹਾਡੀ ਟਿਕਟ ਉੱਪਰ ਸਟੈਂਪ ਲੱਗਣੀ ਹੈ, ਹੋਰ ਕੁਝ ਨਹੀਂ ਹੈਗਾ। ਠੀਕ ਹੈ, ਹਾਂਜੀ ਸਰ। ਸਰ ਜਿਹੜਾ ਉੱਥੇ ਦਾ ਲਾਈਕ ਕਿੱਦਾਂ ਦਾ ਇਨਵਾਇਰਨਮੈਂਟ ਰਿਹਾ? ਤੁਸੀਂ ਬਾਰਡਰ ਕ੍ਰੋਸ ਕੀਤਾ, ਬਾਰਡਰ ਤੋਂ ਬਾਅਦ ਜਿਹੜੀ ਟਰਾਂਸਪੋਰਟੇਸ਼ਨ ਵਾਲੀ ਗੱਡੀਆਂ ਉੱਥੇ ਲੈ ਕੇ ਜਾ ਰਹੀਆਂ ਤੁਹਾਨੂੰ ਉੱਥੇ ਕੋਰੀਡੋਰ ਦੇ ਵਿੱਚ, ਉਹ ਕੀ ਉਹਨਾਂ ਦਾ ਕੋਈ ਅਲੱਗ ਤੋਂ ਚਾਰਜੇਬਲ ਹੈਗਾ, ਜਾਂ ਤੁਹਾਨੂੰ ਫੀਸ ਪਹਿਲਾਂ ਪੇ ਕਰਨੀ ਪੈਂਦੀ ਹੈ, ਜਾਂ ਉਹ ਫ੍ਰੀ ਆਫ ਕਾਸਟ ਹੈਗੀ ਹੈ? ਨਹੀਂ, ਉਹਨਾਂ ਦੀ ਚਾਰਜੇਬਲ ਤਾਂ ਕੁਛ ਨਹੀਂ ਹੈਗਾ ਭਾਜੀ। ਜੋ ਵੀ ਹੈਗਾ ਸਾਰਾ ਉੱਧਰ ਪਹਿਲਾਂ ਇੰਡੀਅਨ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਆਪਾਂ ਨੂੰ ਬਾਰਡਰ ਤੱਕ ਲਿਜਾਇਆ ਜਾਂਦਾ, ਉਹਦੀ ਟਰਾਂਸਪੋਰਟੇਸ਼ਨ ਦਾ ਵੀ ਕੋਈ ਖਰਚਾ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਬਾਰਡਰ ਜ਼ੀਰੋ ਲਾਈਨ ਤੋਂ ਆਪਾਂ ਨੂੰ ਪਾਕਿਸਤਾਨ ਵਾਲੇ ਆਪਣੀ ਗੱਡੀਆਂ ਦੇ ਉੱਤੇ, ਜਿਵੇਂ ਗੋਲਫ ਕਾਰ ਹੈਗੀ ਹੈ ਜਾਂ ਬੱਸਿਸ ਦੇ ਉੱਤੇ ਆਪਾਂ ਨੂੰ ਲੈ ਕੇ ਅੰਬੈਸੀ ਤੱਕ ਲੈ ਕੇ ਜਾਂਦੇ ਆ, ਜਿਹੜੀ ਉੱਥੇ ਉਹਨਾਂ ਨੇ ਬਣਾਇਆ ਹੋਇਆ ਕੋਰੀਡੋਰ ਦੇ ਉੱਪਰ ਹੀ, ਉਹਦੇ ਤੇ ਲੈ ਕੇ ਜਾਂਦੇ ਆ। 1.5-2 ਕਿਲੋਮੀਟਰ ਦਾ ਉਹ ਫਾਸਲਾ ਹੈਗਾ, ਉਹਦਾ ਵੀ ਕੋਈ ਚਾਰਜਸ ਨਹੀਂ ਹੈਗਾ, ਉਹ ਫ੍ਰੀ ਆਫ ਕਾਸਟ ਹੈਗਾ। ਠੀਕ ਹੈ ਜੀ, ਚਲੋ ਇੱਕ ਤਾਂ ਟਰਾਂਸਪੋਰਟੇਸ਼ਨ ਗੱਲ ਕਰ ਲਈ। ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ ਦਰਸ਼ਕਾਂ ਨੂੰ COVID-19 ਦੀ। ਜਿਹੜਾ COVID-19 ਦਾ ਟੈਸਟ ਕਰਾ ਕੇ ਲੈ ਕੇ ਜਾਣਾ ਹੈ, ਉਹ ਤੁਸੀਂ ਕਿੰਨੇ ਘੰਟੇ ਪਹਿਲਾਂ ਕਰਾ ਕੇ ਲੈ ਕੇ ਜਾਣਾ ਹੈ? ਇਹਦੇ ਵਿੱਚ ਇਦਾਂ ਹੈ ਭਾਜੀ, ਇੱਕ ਤਾਂ ਜਿਸ ਵੀ ਟਰੈਵਲਰ ਨੇ ਟਰੈਵਲ ਕਰਨਾ ਹੈਗਾ ਉਹਦੇ ਇੱਕ ਤਾਂ ਵੈਕਸੀਨੇਸ਼ਨ ਦੀ ਜਿਹੜੇ ਹੈਗੇ ਦੋਨੋਂ ਡੋਜ਼ ਦਾ ਜੇ ਆਪਣੇ ਕੋਲ ਲੱਗੀਆਂ ਹੈਗੀਆਂ ਤਾਂ ਉਹਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਜੇ ਸਿੰਗਲ ਡੋਜ਼ ਵੀ ਆਪਣੇ ਲੱਗੀ ਹੈਗੀ ਤਾਂ ਆਪਾਂ ਉਹਦਾ ਸਰਟੀਫਿਕੇਟ ਵੀ ਲਿਜਾ ਸਕਦੇ ਹਾਂ। ਔਰ COVID-19 ਦੀ ਜਿਹੜਾ RT-PCR ਟੈਸਟ ਹੈਗਾ, ਜਿਹੜਾ 72 ਘੰਟੇ ਵਾਲਾ ਅਪਰੂਵਡ ਹੈਗਾ ਆ, ਉਹ ਆਪਾਂ 2 ਦਿਨ ਪਹਿਲਾਂ ਕਰਵਾ ਲੈਣਾ ਹੈ। 2 ਦਿਨ ਬਾਅਦ ਆਪਾਂ ਨੂੰ 48 ਘੰਟੇ ਬਾਅਦ ਉਹਦੀ ਰਿਪੋਰਟ ਮਿਲ ਜਾਂਦੀ ਹੈ। ਉਹ ਉੱਥੇ ਜ਼ਰੂਰ ਦੇਖਿਆ ਜਾਂਦਾ ਹੈ ਪਾਕਿਸਤਾਨ ਵਾਲੀ ਸਾਈਡ ਤੇ। ਠੀਕ ਹੈ, ਕੀ ਆਪਾਂ ਨੂੰ ਉੱਥੇ ਔਨ ਅਰਾਈਵਲ ਤੇ ਵੀ ਜਦੋਂ ਬਾਰਡਰ ਕ੍ਰੋਸ ਕਰ ਜਿਹੜਾ ਪਾਕਿਸਤਾਨ ਪਹੁੰਚ ਜਾਂਦੇ ਆਪਾਂ, ਉੱਥੇ ਹੀ ਕਿਹੜਾ ਆਪਣਾ ਟੈਸਟ ਹੋਣਾ ਕਿ ਨਹੀਂ ਹੋਣਾ ਸਰ? ਜੇ ਤਾਂ ਆਪਣੇ ਕੋਲ ਪਹਿਲਾਂ RT-PCR ਟੈਸਟ ਕਰਵਾਇਆ ਹੋਇਆ ਹੈਗਾ ਸਰ, ਜਿਹੜਾ ਉਹ ਵੈਲਿਡ ਟੈਸਟ ਆਪਣੇ ਕੋਲ ਹੈਗਾ, ਫਿਰ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਸਿਰਫ ਚੈੱਕ ਕਰਦੇ ਆ, ਉਸ ਦੀ ਡੇਟ ਚੈੱਕ ਕਰਦੇ ਆ, ਟਾਈਮ ਚੈੱਕ ਕਰਦੇ ਆ ਤੇ ਆਪਾਂ ਨੂੰ ਅੱਗੇ ਲੰਘਾ ਦਿੰਦੇ ਆ। ਜਿਨ੍ਹਾਂ ਕੋਲੇ ਉਹ ਟੈਸਟ ਨਹੀਂ ਹੁੰਦਾ ਆ, ਉਹ ਬਹੁਤ ਸਾਰੇ ਲੋਕ ਇਦਾਂ ਦੇ ਵੀ ਸਾਨੂੰ ਉੱਥੇ ਮਿਲੇ ਕਿ ਉਹਨਾਂ ਦੇ ਇਕੱਲੇ ਵੈਕਸੀਨੇਸ਼ਨ ਦੀਆਂ ਸਟੈਂਪਸ ਲੱਗੀਆਂ ਹੋਈਆਂ ਸੀਗੀਆਂ, ਉਹ ਸਰਟੀਫਿਕੇਟ ਨਾਲ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਕੋਵਿਡ ਦਾ ਟੈਸਟ ਨਹੀਂ ਕਰਵਾਇਆ ਸੀ। ਔਨ ਦੀ ਸਪੋਟ ਵੀ ਉੱਥੇ ਉਹ ਟੈਸਟ ਕਰਦੇ ਆ, ਪਰ ਉਹ ਇਹੀ ਕਹਿੰਦੇ ਆ ਕਿ ਟੈਸਟ ਰਿਪੋਰਟ ਤੁਸੀਂ ਪਹਿਲਾਂ ਨਾਲ ਹੀ ਲੈ ਕੇ ਆਓ ਕਿ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਇਨਵਾਈਸ ਉੱਥੇ ਵੀ ਟੈਸਟ ਹੋ ਜਾਂਦਾ ਹੈ, ਉੱਥੇ ਵੀ ਤੁਹਾਡਾ ਟੈਸਟ ਹੋ ਜਾਂਦਾ? ਹਾਂਜੀ, ਠੀਕ ਹੈ, ਔਨ ਦਾ ਸਪੋਟ ਟੈਸਟ ਕਰ ਦਿੰਦੇ ਆ। ਠੀਕ ਹੈ ਜੀ।
ਤੇ ਸਰ ਜਿਵੇਂ ਆਪਾਂ ਉੱਥੇ ਲੈ ਕੇ ਅੰਦਰ ਜਾਂਦੇ ਆ ਤਾਂ ਆਪਾਂ ਨੂੰ ਕੀ এনवायरमेंट ਮਿਲਦਾ, ਕਿੱਦਾਂ ਦਾ ਕੀ ਸੰਗਤ ਕਾਫੀ ਰਸ਼ ਹੁੰਦਾ ਹੈ, ਆਪਣੀ ਵਾਰੀ ਆਉਂਦੀ ਹੈ ਜਾਂ ਆਪਾਂ ਨੂੰ ਲਾਈਕ ਕਾਫੀ ਕੀ ਉੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਣੇ ਦਰਸ਼ਨ ਕਰਨ ਵਾਸਤੇ? ਮੁਸ਼ਕਿਲ ਦਾ ਭਾਜੀ ਆਪਾਂ ਨੂੰ ਕੋਈ ਵੀ ਸਾਹਮਣਾ ਨਹੀਂ ਕਰਨਾ ਪੈਂਦਾ ਉੱਥੇ, ਕਿਉਂਕਿ ਬਹੁਤ ਜ਼ਿਆਦਾ ਵਧੀਆ ਗੁਰਦੁਆਰਾ ਸਾਹਿਬ ਦੇ ਵਿੱਚ ਅਰੇਂਜਮੈਂਟ ਕੀਤਾ ਹੋਇਆ ਹੈਗਾ। ਤੇ ਇੰਡੀਆ ਵੱਲੋਂ ਜਿਹੜਾ ਹੈਗਾ ਕਿ ਆਪਣੇ ਡੇਲੀ ਬੇਸਿਸ ਦੇ ਜਿਹੜਾ ਹੈਗਾ 200 250 ਜਾਂ 300 ਵੱਧ ਤੋਂ ਵੱਧ ਜਿਹੜੇ ਹੈਗੇ ਟਰੈਵਲ ਕਰਦੇ ਹੈ। ਔਰ ਪਾਕਿਸਤਾਨ ਵਾਲੇ ਪਾਸੋਂ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਮਿਨੀਮਮ 800 ਤੋਂ 1000 ਬੰਦਾ ਜਿਹੜਾ ਉੱਥੇ ਮੱਕੀ ਐਂਟਰੀ ਕਰ ਸਕਦਾ ਹੈਗਾ। ਇਸ ਕਰਕੇ ਗੁਰਦੁਆਰੇ ਦਾ ਆਲਾ ਦੁਆਲਾ ਵੀ ਬਹੁਤ ਵਧੀਆ ਹੈਗਾ, ਬਹੁਤ ਖੁੱਲ੍ਹਾ ਡੁੱਲਾ ਹੋਣ ਕਰਕੇ ਉੱਥੇ ਰਸ਼ ਬਿਲਕੁਲ ਨਹੀਂ ਹੁੰਦਾ। ਤੁਸੀਂ ਆਰਾਮ ਨਾਲ ਮੱਥਾ ਟੇਕ ਸਕਦੇ ਹੋ, ਆਰਾਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਉੱਥੇ ਜੋ ਵੀ ਗੁਰੂ ਸਾਹਿਬ ਨਾਲ ਦੇਖਣ ਯੋਗ ਇਤਿਹਾਸਿਕ ਸਥਾਨ ਹੈਗੇ ਉਹਨਾਂ ਸਾਰਿਆਂ ਦੇ ਦਰਸ਼ਨ ਆਪਾਂ ਕਰ ਸਕਦੇ ਹਾਂ। ਤੇ ਸਰ ਕਿੰਨੇ ਟਾਈਮ ਤੋਂ ਲੈ ਕਿੰਨੇ ਟਾਈਮ ਤੱਕ ਤੁਹਾਡੀ ਐਂਟਰੀ ਉੱਥੇ ਹੋਈ ਤੇ ਵਾਪਸ ਕਦੋਂ ਤੁਸੀਂ ਆਏ? ਹਾਂਜੀ, ਇੰਡੀਆ ਵਾਲੇ ਪਾਸੋਂ ਭਾਜੀ ਜਿਹੜਾ ਹੈਗਾ ਆ ਸਵੇਰ 8 ਵਜੇ ਬਾਰਡਰ ਖੁੱਲ੍ਹ ਜਾਂਦਾ ਹੈ ਤੇ ਸ਼ਾਮ ਦੇ 5 ਵਜੇ ਤੱਕ ਜਿਹੜਾ ਹੈਗਾ ਬਾਰਡਰ ਓਪਨ ਰਹਿੰਦਾ ਹੈ। ਔਰ ਪਾਕਿਸਤਾਨ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਉੱਥੇ ਉਹਨਾਂ ਨੇ ਦੱਸਿਆ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਆਪਾਂ ਉੱਥੇ ਪਹੁੰਚ ਜਾਓ, ਉਸ ਤੋਂ ਬਾਅਦ ਪਾਕਿਸਤਾਨ ਦੇ ਜਦੋਂ ਟਾਈਮ ਦੇ ਹਿਸਾਬ ਨਾਲ 4 ਵਜੇ ਆਪਾਂ ਨੇ ਉੱਥੋਂ ਲਾਸਟ ਬੱਸਿਸ ਜਿਹੜੀ ਹੈਗੀ ਹੈ ਟਰੈਵਲਰ ਨੂੰ ਇੰਡੀਆ ਬਾਰਡਰ ਤੱਕ ਛੱਡਣ ਆਉਂਦੀ ਹੈ, ਤਾਂ ਉੱਥੇ ਆਪਾਂ ਈਵਨਿੰਗ ਦੇ 4 ਵਜੇ ਜਾਂ ਆਪਣੇ ਇੰਡੀਆ ਦੇ ਹਿਸਾਬ ਨਾਲ 5 ਵਜੇ ਤੱਕ ਆਪਾਂ ਉੱਥੇ ਰੁਕ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਨੂੰ ਇੱਧਰ ਵਾਪਸ ਆਉਣਾ ਪੈਂਦਾ। ਹਾਂਜੀ, ਸੇਮ ਡੇ ਹੀ ਵਾਪਸ ਆਉਣਾ ਪੈਂਦਾ ਹੈ। ਠੀਕ ਹੈ, ਸਵੇਰੇ ਜਾ ਕੇ ਸ਼ਾਮੀ ਵਾਪਸ ਆਉਣਾ। ਸਵੇਰ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਾਂ ਉੱਥੇ ਰੁਕ ਸਕਦੇ ਹੈਗੇ। ਠੀਕ ਹੈ। ਸੋ ਸਰ ਇੱਕ ਸਵਾਲ ਹੋ ਰਿਹਾ ਕਿ ਲਾਈਕ ਤੁਸੀਂ ਉੱਥੇ ਕਰਤਾਰਪੁਰ ਲਾਂਘੇ ਚਲੇ ਗਏ, ਦਰਸ਼ਨ ਕਰ ਲਏ, ਤਾਂ ਉਸ ਤੋਂ ਬਾਅਦ ਉੱਥੇ ਸਰ ਜਿਹੜਾ ਟਾਈਮ ਆਪਾਂ ਸਪੈਂਡ ਕਰਨਾ ਹੈ, ਇੱਕ ਤਾਂ ਆਪਾਂ ਉੱਥੇ ਲੰਗਰ ਵੀ ਚੱਲਦਾ ਰਹਿੰਦਾ ਹੈਗਾ, ਠੀਕ ਹੈ ਜੀ, ਤੇ ਲੰਗਰ ਤੋਂ ਬਾਅਦ ਖਾਣ ਤੋਂ ਬਾਅਦ ਤੁਸੀਂ ਉੱਥੇ ਆਲਾ ਦੁਆਲਾ ਸਰ ਕਿੱਥੇ ਘੁੰਮ ਸਕਦੇ ਹੋ? ਸਭ ਤੋਂ ਪਹਿਲਾਂ ਭਾਜੀ ਉੱਥੇ ਜਿਹੜਾ ਹੈਗਾ ਦਰਬਾਰ ਸਾਹਿਬ ਹੈ, ਜਿੱਥੇ ਆਪਾਂ ਮੱਥਾ ਟੇਕ ਕੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਹਾਂਜੀ, ਤੇ ਉੱਥੇ ਹੀ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਹੈ, ਥੱਲੇ ਉੱਤੇ ਗੁਰੂ ਸਾਹਿਬ ਬਿਰਾਜਮਾਨ ਆ। ਠੀਕ ਹੈ ਜੀ। ਸਭ ਤੋਂ ਮੇਨ ਜਗ੍ਹਾ ਜਿਹੜੀ ਆਪਣੀ ਦੇਖਣ ਯੋਗਤਾ ਉਹੀ ਹੈ ਕਿ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਸਾਹਿਬ ਨੇ ਸਭ ਤੋਂ ਵੱਧ ਆਪਦੀ ਜ਼ਿੰਦਗੀ ਦਾ ਆਖਰੀ ਟਾਈਮ ਉੱਥੇ ਗੁਜ਼ਾਰਿਆ ਹੈਗਾ, ਖੇਤੀ ਕੀਤੀ ਹੈਗੀ ਹੈ। ਠੀਕ ਹੈ ਜੀ। ਅਤੇ ਗੁਰੂ ਸਾਹਿਬ ਨਾਲ ਰਿਲੇਟਡ ਉੱਥੇ ਖੇਤ ਹੈਗੇ ਨੇ, ਉੱਥੇ ਖੂਹ ਸਾਹਿਬ ਇੱਕ ਹੈਗੇ ਨੇ ਜਿੱਥੋਂ ਵੀ ਉਹਨਾਂ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀਗਾ। ਉਹ ਖੂਹ ਤੋਂ ਜਿਹੜੇ ਗੁਰੂ ਸਾਹਿਬ ਉਦੋਂ ਸਿੰਚਾਈ ਕਰਦੇ ਸੀ ਜਾਂ ਖੇਤੀ ਕਰਦੇ ਸੀ ਉਹਨਾਂ ਨੂੰ ਪਾਣੀ ਦਿੰਦੇ ਸੀਗੇ। ਅਤੇ ਨਾਲ ਹੀ ਉੱਥੇ ਇੱਕ ਅੰਗੀਠਾ ਸਾਹਿਬ ਗੁਰਦੁਆਰਾ ਹੈ, ਜਿੱਥੇ ਲਾਸਟ ਟਾਈਮ ਗੁਰੂ ਸਾਹਿਬ ਜੀ ਦੇ ਫੁੱਲ ਜਿਹੜੇ ਹੈਗੇ ਆ ਉੱਥੇ ਸੰਸਕਾਰ ਕੀਤਾ ਗਿਆ ਸੀਗਾ ਸਿੱਖਾਂ ਵੱਲੋਂ ਔਰ ਹਿੰਦੂਆਂ ਵੱਲੋਂ, ਜਿਹੜੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਔਰ ਮੁਸਲਮਾਨਾਂ ਵੱਲੋਂ ਜਿਹੜੀ ਉੱਥੇ ਇੱਕ ਜਗ੍ਹਾ ਬਣਾਈ ਗਈ ਹੈ ਜਿਸ ਨੂੰ ਥੜਾ ਸਾਹਿਬ ਕਹਿੰਦੇ ਆ, ਕਿ ਉੱਥੇ ਜਿਨ੍ਹਾਂ ਨੇ ਉੱਥੇ ਉਹ ਗੁਰੂ ਸਾਹਿਬ ਜੀ ਦੇ ਫੁੱਲ ਜਿਹੜੇ ਹੈਗੇ ਆ ਉੱਥੇ ਦਫਨਾਏ ਸੀਗੇ। ਇਹ ਚੀਜ਼ਾਂ ਉੱਥੇ ਜਿਹੜੀਆਂ ਹੈਗੀਆਂ ਦੇਖਣ ਵਾਲੀਆਂ ਹੈਗੀਆਂ ਉੱਥੇ। ਤੇ ਇਹ ਸਭ ਚੀਜ਼ਾਂ ਘੁੰਮਣ ਵਾਸਤੇ ਤੁਹਾਨੂੰ ਕਿਸੇ ਨੇ ਗਾਈਡ ਕੀਤਾ ਜਾਂ ਤੁਸੀਂ ਆਪਣੇ ਆਪ ਹੀ ਪੁੱਛ ਕੇ ਚਲੇ ਗਏ ਸੀਗੇ? ਜਦੋਂ ਭਾਜੀ ਆਪਾਂ ਉੱਥੇ ਐਂਟਰੀ ਕਰਦੇ ਹਾਂ, ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਦਰਸ਼ਨੀ ਦਿਓੜੀ ਦੇ ਮੂਹਰੇ ਜਿਹੜੀ ਹੈਗੀ ਆ ਪਾਕਿਸਤਾਨ ਪੰਜਾਬ ਪੁਲਿਸ ਜਿਹੜੀ ਹੈਗੀ ਉਹ ਆਪਾਂ ਨੂੰ ਗਾਈਡ ਕਰਦੀ ਹੈ। ਸਾਰੇ ਜਾਣੇ ਜਿੰਨੇ ਵੀ ਆਪਾਂ ਉਸ ਦਿਨ ਮਾਰਨਿੰਗ ਟਰੈਵਲ ਕਰਕੇ ਗਰੁੱਪ ਦੇ ਵਿੱਚ ਜਾਂਦੇ ਹਾਂ ਜਾਂ ਸਿੰਗਲ ਜਾਂਦੇ ਹਾਂ, ਤਾਂ ਸਭ ਤੋਂ ਪਹਿਲਾਂ ਆਪਣਾ ਵੈਲਕਮ ਕੀਤਾ ਜਾਂਦਾ ਉੱਥੇ। ਠੀਕ ਹੈ। ਵੈਲਕਮ ਕਰਨ ਤੋਂ ਬਾਅਦ ਉਹਨੇ ਆਪਾਂ ਨੂੰ ਦੱਸਦੇ ਹੈ ਕਿ ਹੁਣ ਤੁਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹੋ ਔਰ ਤੁਸੀਂ ਇੱਥੇ ਕੀ ਦੇਖਣ ਯੋਗ ਚੀਜ਼ਾਂ ਹੈਗੀਆਂ, ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ, ਉਹਨਾਂ ਨਾਲ ਰਿਲੇਟਡ ਇਤਿਹਾਸਿਕ ਚੀਜ਼ਾਂ ਕੀ ਹੈਗੀਆਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਉੱਥੇ ਸਾਰੀ ਗਾਈਡੈਂਸ ਉਹਨਾਂ ਆਪਾਂ ਨੂੰ ਜਿਹੜੀ ਉੱਥੋਂ ਦੀ ਪੰਜਾਬ ਪੁਲਿਸ ਜਾਂ ਉੱਥੋਂ ਦੀ ਮੈਨੇਜਮੈਂਟ ਕਮੇਟੀ ਹੈਗੀ ਹੈ ਉਹ ਆਪਾਂ ਨੂੰ ਉੱਥੇ ਸਭ ਤੋਂ ਪਹਿਲਾਂ ਗਾਈਡ ਕਰਦੀ ਹੈਗੀ ਉਹਦੇ ਬਾਰੇ। ਸਰ ਇਹ ਗੱਲ ਸੁਣਨ 'ਚ ਵੀ ਆਇਆ ਸੀ ਕਿ ਉੱਥੇ ਹੁਣ ਅੱਜ ਕੱਲ੍ਹ ਪ੍ਰਸ਼ਾਦ ਜਿਹੜਾ ਹੈ ਚੜਾਵਾ ਚੜ੍ਹਦਾ ਨਹੀਂ ਹੈਗਾ, ਕੋਵਿਡ ਦੇ ਕਰਕੇ ਨਿਯਮਾਂ ਧਿਆਨ ਰੱਖਿਆ ਜਾ ਰਿਹਾ ਕਿ ਵੈਸੇ ਪਹਿਲਾਂ ਕੋਈ ਹੋਰ ਗੱਲ ਨਹੀਂ? ਲੰਗਰ ਲਈ ਕੋਈ ਵੀ ਰਸਦ ਜਿਹੜੀ ਹੈਗੀ ਉਹ ਆਪਾਂ ਇੰਡੀਆ ਤੋਂ ਲਿਜਾ ਸਕਦੇ ਹਾਂ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਉੱਥੇ ਜਿਹੜਾ ਗੁਰੂ ਸਾਹਿਬ ਵੱਲੋਂ ਜਿਹੜਾ ਅੰਦਰ ਆਪਾਂ ਨੂੰ ਪ੍ਰਸ਼ਾਦ ਮਿਲਦਾ ਉਹ ਦੇਗ ਦੇ ਰੂਪ 'ਚ ਆਪਾਂ ਨੂੰ ਪ੍ਰਸ਼ਾਦ ਉੱਥੇ ਸਾਰਿਆਂ ਨੂੰ ਮਿਲਦਾ ਹੈਗਾ, ਉਹ ਆਪਾਂ ਲੈ ਸਕਦੇ ਹਾਂ। ਉਸ ਤੋਂ ਇਲਾਵਾ ਹੁਣ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈਗੀ ਆ ਪਿੱਛੇ ਜੇ ਉੱਥੇ ਪੰਜੀਰੀ ਦਾ ਪ੍ਰਸ਼ਾਦ ਜਿਹੜਾ ਪੈਕਟਾਂ ਦੇ ਵਿੱਚ ਮਿਲਦਾ ਸੀ ਆਪਾਂ ਘਰ ਲਿਆ ਸਕਦੇ ਸੀਗੇ, ਹੁਣ ਥੋੜ੍ਹੇ ਟਾਈਮ ਲਈ ਬੰਦ ਕੀਤਾ ਸੀ ਕਿਉਂਕਿ ਉਹ ਪ੍ਰੋਬਲਮ ਆਈ ਸੀ ਪ੍ਰਿੰਟਿੰਗ ਪ੍ਰੈਸ ਵੱਲੋਂ ਜਿਹੜਾ ਉਹਦਾ ਪੇਪਰ ਵਰਤਿਆ ਜਾਂਦਾ ਸੀਗਾ ਉਹਦੇ ਵਿੱਚ ਕੋਈ ਪ੍ਰੋਬਲਮ ਸੀਗੀ, ਇਸ ਕਰਕੇ ਉਹ ਬੰਦ ਕੀਤਾ ਹੋਇਆ ਹੈ। ਤੇ ਬਾਕੀ ਸਰ ਉੱਥੇ ਮਾਰਕੀਟ ਜਿਹੜੀ ਹੈਗੀ ਆਸ-ਪਾਸ ਜਿਹੜੀ ਆਪਾਂ ਕੀ ਐਕਸਪਲੋਰ ਕਰ ਸਕਦੇ ਆ, ਕੋਈ ਆਸ-ਪਾਸ ਮਾਪਾ ਤੋਂ ਅੰਦਰ ਜਾ ਸਕਦੇ ਆ ਜਾਂ ਆਪਾਂ ਜਿੰਨੀ ਕਿ ਆਪਾਂ ਨੂੰ ਕਰਤਾਰਪੁਰ ਕੋਰੀਡੋਰ ਵਿੱਚ ਬਣਾਇਆ ਹੋਇਆ ਏਰੀਆ ਕਿ ਉਸ ਏਰੀਆ ਦੇ ਵਿੱਚ ਹੀ ਆਪਾਂ ਘੁੰਮ ਸਕਦੇ ਆ ਕਿ ਥੋੜਾ ਅੱਗੇ ਪਿੱਛੇ ਵੀ ਜਾ ਸਕਦੇ ਆ ਪਾਕਿਸਤਾਨ ਤੋਂ? ਗੁਰਦੁਆਰਾ ਸਾਹਿਬ ਦੇ ਨਾਲ ਹੀ ਥੋੜੀ ਜਿਹੀ ਜਿਹੜੀ ਹੈਗੀ ਆ ਕੰਟੇਨਰ ਜਿਹੜੇ ਆਪਣੇ ਇੱਧਰ ਹੁੰਦੇ ਕੰਟੇਨਰਾਂ ਦੇ ਵਿੱਚ ਮਾਰਕੀਟ ਜਿਹੜੀ ਉੱਥੇ ਹੈਗੀ ਉਹ ਬਣਾਈ ਵੀ ਹੈਗੀ ਆ। ਉਹਨਾਂ ਮਾਰਕੀਟ ਦੇ ਵਿੱਚ ਥੋੜ੍ਹੀ ਮੋਟੀਆਂ ਦੁਕਾਨਾਂ ਜਿਹੜੀਆਂ 15-20 ਦੁਕਾਨਾਂ ਅਜਿਹੀਆਂ ਹੈਗੀਆਂ ਜਿਹਦੇ ਵਿੱਚ ਆਪਾਂ ਉੱਥੋਂ ਦੇ ਪਾਕਿਸਤਾਨੀ ਚੀਜ਼ਾਂ ਜਿੱਦਾਂ ਕਿ ਕੱਪੜੇ, ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਬਦਾਮ, ਕਾਜੂ ਵਗੈਰਾ ਜਾਂ ਕੁਛ ਹੋਰ ਉੱਧਰ ਜਿਹੜੀਆਂ ਪਾਕਿਸਤਾਨ ਨਾਲ ਰਿਲੇਟਡ ਚੀਜ਼ਾਂ ਜਿਵੇਂ ਪੰਜਾਬੀ ਜੁੱਤੀਆਂ ਉੱਦਾਂ ਦੀਆਂ ਦੁਕਾਨਾਂ ਉੱਧਰ ਬਹੁਤ ਸਾਰੀਆਂ ਹੈਗੀਆਂ ਆ। ਉੱਥੇ ਆਪਾਂ ਵਿਜ਼ਿਟ ਕਰ ਸਕਦੇ ਹਾਂ ਅਤੇ ਉਹਨਾਂ ਚੀਜ਼ਾਂ ਦੀ ਖਰੀਦਦਾਰੀ ਕਰਕੇ ਆਪਾਂ ਉਹਨਾਂ ਨੂੰ ਇੰਡੀਆ ਵੀ ਲਿਆ ਸਕਦੇ ਹੈਗੇ ਹਾਂ। ਦੋਸਤੋ ਆਈ ਹੋਪ ਤੁਹਾਡੇ ਜਿਹੜੇ ਕੁਐਸਚਨ ਦੇ ਆਨਸਰ ਤੁਹਾਨੂੰ ਮਿਲ ਗਏ ਹੋਣਗੇ। ਸੋ ਇਹ ਸੀ ਅੱਜ ਦਾ ਟੌਪਿਕ ਕਿ ਕਰਤਾਰਪੁਰ ਲਾਂਘਾ ਅਗਰ ਇਸਨੇ ਜਾਣਾ ਚਾਹੁੰਦਾ ਤਾਂ ਉਹ ਕਿੱਦਾਂ ਦਾ ਉਹਨਾਂ ਪ੍ਰੋਸੈਸ ਹੈ ਅਤੇ ਕਿੱਦਾਂ ਕੀ ਡਾਕੂਮੈਂਟੇਸ਼ਨ ਉਹਨਾਂ ਨੂੰ ਚਾਹੀਦੇ ਹੈ ਅਤੇ ਉੱਥੋਂ ਦਾ ਇਹਦਾ ਐਕਸਪੀਰੀਅੰਸ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਜਾਂ ਇਹਨਾਂ ਨੇ ਕੁਲਜੀਤ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ
ਸੋ ਤੁਹਾਨੂੰ ਪਤਾ ਲੱਗ ਗਿਆ ਹੋਣਾ, ਆਈਡੀਆ ਮਿਲ ਗਿਆ ਹੋਣਾ ਕਿ ਉੱਥੇ ਜਾ ਕੇ ਤੁਹਾਨੂੰ ਕਿੱਦਾਂ ਐਕਸਪੀਰੀਅੰਸ ਉਹਨਾਂ ਹੋਣ ਵਾਲਾ ਹੈ। ਠੀਕ ਹੈ ਜੀ। ਸੋ ਦੋਸਤੋ ਅੱਜ ਦਾ ਵਿਸ਼ਾ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ। ਧੰਨਵਾਦ ਜੀ। Subscribe now and press the bell icon. Never miss an update.